ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੇ 5 ਮਹੀਨਿਆਂ ਵਿੱਚ 21,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਹ ਨਿਵੇਸ਼ ਸੂਬੇ ਭਰ ਦੇ ਕਰੀਬ 93,000 ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਇਹ ਦਾਅਵਾ ਪੰਜਾਬ ਸਰਕਾਰ ਨੇ ਕੀਤਾ ਹੈ। ਸੂਬੇ ਦੇ ਉਦਯੋਗਿਕ ਵਿਕਾਸ ਨੂੰ ਬੜਾਵਾ ਦੇਣ ਲਈ ਸੂਬੇ ਵਿੱਚ ਹੋਰ ਨਿਵੇਸ਼ ਆਕਰਸ਼ਿਤ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ 2021 ਵਿੱਚ ਪੰਜਾਬ ਨਿਵੇਸ਼ ਕਾਨਫਰੰਸ ਆਯੋਜਿਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਸ ਕਾਨਫਰੰਸ ਵਿੱਚ ਦੇਸ਼ ਦੇ ਪ੍ਰਮੁੱਖ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਨਿਵੇਸ਼ਕਾਂ ਦੀ ਸਹੂਲਤਾਂ ਲਈ ਪੰਜਾਬ ਦੇ ਯੂਨੀਫਾਈਡ ਰੈਗੂਲੇਟਰ ਅਤੇ ਸਿੰਗਲ ਵਿੰਡੋ ਸਿਸਟਮ ਨੂੰ ਮਨਜ਼ੂਰ ਕਰਨ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ਪ੍ਰਾਪਤ ਕਰਨ ਲਈ ਇਸ ਰਫ਼ਤਾਰ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ। ਸੂਬੇ ਵਿੱਚ ਵੱਧ ਤੋਂ ਵੱਧ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸੂਬਾ ਸਰਕਾਰ ਦੀ ਇਨਵੈਸਟ ਪੰਜਾਬ ਇਨਵੈਸਟਮੈਂਟ ਪ੍ਰਮੋਸ਼ਨ ਏਜੰਸੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕਾਨਫਰੰਸ ਸੂਬੇ ਦੇ ਵਿਆਪਕ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਨਵੇਂ ਰਾਹ ਤੇ ਲਿਜਾਣ ਲਈ ਅਹਿਮ ਭੂਮਿਕਾ ਨਿਭਾਵੇਗੀ। ਅਤੇ ਹੁਣ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲੇ 5 ਮਹੀਨਿਆਂ ਵਿੱਚ 21,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਨਿਵੇਸ਼ ਨਾਲ ਸੂਬੇ ਭਰ ਦੇ ਕਰੀਬ 93,000 ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਨਫੋਰਸਮੈਂਟ ਡਾਇਰੈਕਟਰ ਈਡੀ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਗੱਜਣ ਮਾਜਰਾ ਦੇ ਸਕੂਲਾਂ, ਰੀਅਲ ਸਟੇਟ ਅਤੇ ਫੈਕਟਰੀਆਂ ਵਿੱਚ ਹੋਈ ਹੈ। ਈਡੀ ਦੀ ਟੀਮ ਵਿਧਾਇਕ ਦੇ ਕਰੀਬ 12 ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਛਾਪੇਮਾਰੀ ਦਾ ਕਾਰਨ ਹਜੇ ਤੱਕ ਸਾਹਮਣੇ ਨਹੀਂ ਆਇਆ ਹੈ। ਵਿਧਾਇਕ ਗੱਜਣ ਮਾਜਰਾ ਤੇ 40 ਕਰੋੜ ਰੁਪਏ ਦੇ ਬੈਂਕ ਘੁਟਾਲੇ ਦਾ ਦੋਸ਼ ਹੈ, ਜਿਸ 'ਚ ਪਹਿਲਾਂ ਵੀ ਵਿਧਾਇਕ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਸੂਤਰਾਂ ਮੁਤਾਬਕ ਆਪ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੇ 2011 ਤੋਂ 2014 ਦਰਮਿਆਨ 4 ਕਿਸ਼ਤਾਂ ਵਿੱਚ ਬੈਂਕਾਂ ਤੋਂ ਕਰਜ਼ਾ ਲਿਆ ਸੀ। ਇਹ ਕਰਜ਼ਾ ਕਰੀਬ 40 ਕਰੋੜ ਰੁਪਏ ਤੋਂ ਵੱਧ ਦਾ ਸੀ। ਬੈਂਕ ਦੀ ਲੁਧਿਆਣਾ ਸ਼ਾਖਾ ਨੇ ਇਸ ਦੀ ਸ਼ਿਕਾਇਤ CBI ਕੋਲ ਕੀਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਗੱਜਣ ਮਾਜਰਾ ਨੇ ਜਿਸ ਮੰਤਵ ਲਈ ਇਹ ਕਰਜ਼ਾ ਲਿਆ ਸੀ, ਉਸ ਦੀ ਬਜਾਏ ਕਿਸੇ ਹੋਰ ਥਾਂ ਤੇ ਇਹ ਵਰਤਿਆ ਗਿਆ ਹੈ। ਦੱਸਦੀ ਕਿ ਆਪ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਟਿਕਾਣਿਆਂ ਉੱਪਰ ਪਹਿਲਾਂ ਵੀ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਪੰਜਾਬ ਦੇ ਸਾਬਕਾ DGP VK ਭਵਰਾ ਨੇ ਸੂਬਾ ਸਰਕਾਰ ਵੱਲੋਂ ਜਾਰੀ ਨੋਟਿਸ ਦਾ ਜਵਾਬ ਦਿੱਤਾ ਹੈ। VK ਭਵਰਾ ਨੇ ਆਪਣੇ ਜਵਾਬ ਵਿੱਚ ਮਾਨ ਸਰਕਾਰ ਦੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਦੇ ਨੋਟਿਸ ਦਾ ਜਵਾਬ ਦਿੰਦਿਆਂ ਉਹਨਾਂ ਨੇ 2 ਦਰਜਨ ਤੋਂ ਜ਼ਿਆਦਾ ਸਵਾਲ ਪੁੱਛੇ ਹਨ। ਹਾਲ ਹੀ 'ਚ VK ਭਵਰਾ ਨੂੰ ਸੂਬਾ ਸਰਕਾਰ ਵੱਲੋਂ ਪੰਜਾਬ ਪੁਲਿਸ ਹਾਊਸ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਇਆ ਗਿਆ ਹੈ। ਦੱਸਣਯੋਗ ਹੈ ਕਿ 2 ਮਹੀਨੇ ਪਹਿਲਾਂ VK ਭਵਰਾ ਛੁੱਟੀ ਤੇ ਚਲੇ ਗਏ ਸਨ। ਉਹਨਾਂ ਨੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਕੀਤੀ ਸੀ। ਹੁਣ 2 ਮਹੀਨੇ ਦੀ ਛੁੱਟੀ ਖਤਮ ਹੋਣ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਪੰਜਾਬ ਪੁਲਿਸ ਹਾਊਸ ਕਾਰਪੋਰੇਸ਼ਨ ਦਾ ਚੇਅਰਮੈਨ ਲਗਾ ਦਿੱਤਾ ਹੈ। ਮੋਹਾਲੀ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ। ਮਾਨ ਸਰਕਾਰ ਨੇ ਮੋਹਾਲੀ ਹਾਦਸੇ ਤੋਂ ਬਾਅਦ ਸਖਤ ਫੈਸਲਾ ਲੈਂਦੇ ਹੋਏ ਪੰਜਾਬ ਵਿੱਚ ਹਰ ਥਾਂ ਤੇ ਲੱਗਣ ਵਾਲੇ ਮੇਲੇ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਹੁਣ ਕਿਸੇ ਵੀ ਤਰ੍ਹਾਂ ਦਾ ਮੇਲਾ ਆਯੋਜਿਤ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਤੋਂ ਆਗਿਆ ਲੈਣੀ ਜ਼ਰੂਰੀ ਹੋਵੇਗੀ। ਅਜਿਹਾ ਨਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ FIR ਦਰਜ ਹੋਵੇਗੀ। ਜਾਣਕਾਰੀ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਜੇਕਰ ਕਿਸੇ ਵੀ ਜ਼ਿਲ੍ਹੇ ਵਿੱਚ ਮੇਲੇ ਵਿੱਚ ਝੂਲੇ ਲਗਾਏ ਜਾਂਦੇ ਹਨ ਤਾਂ ਮਨਜ਼ੂਰੀ ਦੇ ਹਿਸਾਬ ਨਾਲ ਹੀ ਨਿਯਮ ਹੋਣਗੇ, ਨਹੀਂ ਤਾਂ ਨਾਲ ਹੀ ਕੇਸ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰ ਜ਼ਿਲ੍ਹੇ ਵਿੱਚ ਮੇਲੇ ਲਈ ਵੱਖਰੇ ਤੌਰ ਤੇ ਇੱਕ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ DC ਸਮੇਤ DSP SSP ਸਮੇਤ ਉੱਚ ਅਧਿਕਾਰੀ ਸ਼ਾਮਲ ਹੋਣਗੇ। ਇਹ ਕਮੇਟੀ ਜ਼ਿਲ੍ਹੇ ਵਿੱਚ ਲੱਗਣ ਵਾਲੇ ਹਰ ਮੇਲੇ ਵਿੱਚ ਸਾਰੇ ਮਾਪਦੰਡਾਂ ਨੂੰ ਖੁਦ ਚੈੱਕ ਕਰੇਗੀ। ਜ਼ਿਲ੍ਹੇ ਦੀ ਪੁਲਿਸ ਵੀ ਮੇਲੇ ਉੱਪਰ ਪੂਰੀ ਨਜ਼ਰ ਰੱਖੇਗੀ ਅਤੇ ਗਸ਼ਤ ਗੱਡੀਆਂ ਵੀ ਮੌਕੇ ਉੱਪਰ ਮੌਜੂਦ ਰਹਿਣਗੀਆਂ, ਜੋ ਕਿ ਮੇਲੇ ਦੀ ਸਮੇਂ-ਸਮੇਂ ਤੇ ਚੈਕਿੰਗ ਕਰਨਗੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਨੂੰ ਲੰਮੇ ਹੱਥੀ ਲਿਆ ਹੈ। ਸੁਖਬੀਰ ਬਾਦਲ ਨੇ SYL ਮੁੱਦੇ ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਸ ਲਈ ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ। ਬਾਦਲ ਨੇ ਭਗਵੰਤ ਮਾਨ ਸਰਕਾਰ ਦੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਧਿਆਨ ਪੰਜਾਬ ਵੱਲ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਜੋ ਵਾਅਦੇ ਕੀਤੇ ਸਨ ਉਹ ਸਿਰਫ ਵਾਅਦੇ ਹੀ ਬਣ ਕੇ ਰਹਿ ਗਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਕਹਿੰਦੇ ਸੀ ਕਿ ਪੰਜਾਬ ਸਰਕਾਰ ਪਿੰਡਾਂ ਤੋਂ ਚੱਲਿਆ ਕਰੇਗੀ। ਹੁਣ ਪਿੰਡਾਂ 'ਚ ਤਾਂ ਕੀ ਚੰਡੀਗੜ੍ਹ ਵਿੱਚ ਵੀ ਸਰਕਾਰ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਜਰੀਵਾਲ ਚਲਾ ਰਿਹਾ ਹੈ।
ਜੰਗਲਾਤ ਵਿਭਾਗ ਵਿੱਚ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਜ਼ਮਾਨਤ ਤੇ ਨਾਭਾ ਜੇਲ੍ਹ ਤੋਂ ਬਾਹਰ ਆ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਹੈ। ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹੀ ਕਾਂਗਰਸੀ ਵਰਕਰਾਂ ਦੇ ਸਮਰਥਕਾਂ ਨੇ ਢੋਲ ਵਜਾ ਕੇ ਉਹਨਾਂ ਦੀ ਖੁਸ਼ੀ ਮਨਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਧਰਮਸੋਧ ਨੇ ਕਿਹਾ ਕਿ ਪ੍ਰਮਾਤਮਾ ਤੇ ਦੇਸ਼ ਦੇ ਕਾਨੂੰਨ ਤੇ ਪੂਰਾ ਭਰੋਸਾ ਹੈ। ਕਰੀਬ 3 ਮਹੀਨੇ ਜੇਲ੍ਹ ਵਿੱਚ ਬਿਤਾਏ ਹਨ। ਇਸ ਦੌਰਾਨ ਇਹ ਸਮਝ ਆ ਚੁੱਕਾ ਹੈ ਕਿ ਕੌਣ ਆਪਣਾ ਹੈ ਤੇ ਕੌਣ ਬੇਗਾਨਾ ਹੈ। ਹੁਣ ਉਹ ਹੋਰ ਵੀ ਮਜ਼ਬੂਤ ਹੋ ਕੇ ਜੇਲ੍ਹ ਵਿੱਚੋਂ ਬਾਹਰ ਆਏ ਹਨ। ਉਹਨਾਂ ਕਿਹਾ ਕਿ ਮੈਂ ਹਾਲੇ ਵੀ ਸਿਆਸਤ ਵਿੱਚ ਹਾਂ ਅਤੇ ਕਰਦਾ ਰਹਾਂਗਾ। ਦੇਖੋ ਗੱਲ ਇਹ ਹੈ, ਪਹਿਲਾਂ ਤਾਂ ਰੱਬ ਤੇ ਭਰੋਸਾ ਹੈ, ਰੱਬ ਤੇ ਭਰੋਸਾ ਤੇ ਦੇਸ਼ ਤੇ ਕਾਨੂੰਨ ਤੇ ਭਰੋਸਾ ਬਸ। ਹਾਂਜੀ, ਆ ਜਿਹੜਾ ਬੰਦਾ ਜਿੱਥੇ ਮੈਂ ਵੀ 90 ਦਿਨ ਰਹਿ ਕੇ ਆਇਆ, ਇਹ ਚ ਕੋਈ ਦੇਸ਼ ਦਾ ਕਾਨੂੰਨ ਚ ਹੈ ਨਾ, ਜੇਲ੍ਹ ਚ ਬਾਕੀ ਬੰਦੇ ਜਾਂਦੇ ਨੇ, ਮੈਂ ਵੀ ਗਿਆ, ਪਰ ਇੱਥੋਂ ਵੀ ਬੰਦਾ ਕੋਈ ਸਿੱਖ ਕੇ ਨਿਕਲਦਾ, ਮਜ਼ਬੂਤ ਹੋ ਕੇ ਨਿਕਲਦਾ ਹੈ। ਆਪਣਿਆਂ ਤੇ ਪਰਾਇਆਂ ਦਾ ਪਤਾ ਲੱਗਦਾ ਹੈ, ਜਿਹੜੇ ਦਬੇ ਹੋਏ ਦੁਸ਼ਮਣਾਂ ਦਾ ਪਤਾ ਲੱਗਦਾ ਤੇ ਆਪਣਿਆਂ ਦਾ ਪਤਾ ਲੱਗਦਾ ਹੈ। ਤੇ ਬਾਕੀ ਰੱਬ ਤੇ ਭਰੋਸਾ ਹੈ, ਦੇਸ਼ ਦੇ ਕਾਨੂੰਨ ਤੇ ਭਰੋਸਾ। ਸਰਕਾਰ ਨਜ਼ਰ ਭੂਮਿਕਾ ਨਿਭਾਓਗੇ ਜਲਦੀ ਹੀ? ਕਿਉਂ ਨਹੀਂ ਨਿਭਾਵਾਂਗੇ? ਜੰਮੇ ਇਹਦੇ ਵਾਸਤੇ ਪੋਲਿਟਿਕਸ 'ਚ ਆ, ਲੋਕਾਂ ਵਾਸਤੇ ਜਿਉਣਾ, ਲੋਕਾਂ ਵਾਸਤੇ ਮਰਨਾ। ਕਿਸ ਤਰ੍ਹਾਂ ਤੁਹਾਡੇ ਤੇ ਜੋ ਇਲਜ਼ਾਮ ਲਗਾਏ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਇਹ ਅਦਾਲਤ ਨੇ, ਤੁਸੀਂ ਅਖਬਾਰਾਂ 'ਚ ਪੜ੍ਹ ਲਿਆ। ਬਾਕੀ ਜੋ ਅਦਾਲਤ ਕਾਨੂੰਨ ਦਾ ਇਨਸਾਫ ਹੋਊਗਾ ਸਿਰ ਮੱਥੇ। ਕੀ ਲੱਗਦਾ ਵੀ ਇਕੱਲੇ ਕਰਕੇ ਜਿਹੜੇ ਹੈਗੇ ਸਾਰੇ ਸਾਬਕਾ ਮੰਤਰੀ ਜਿਹੜੇ ਜੇਲ੍ਹ ਵਿੱਚ ਡੱਕੇ ਜਾ ਰਹੇ ਨੇ, ਕੀ ਲੱਗਦਾ? ਨਹੀਂ, ਮੈਂ ਕਿਸੇ ਬਾਰੇ ਐਵੇਂ ਗਲਤ ਬੋਲਾਂ, ਉਹਦਾ ਕੋਈ ਫਾਇਦਾ ਨਹੀਂ ਹੈ। ਮੈਂ ਸਮਝਦਾ ਕਿ ਸਾਰਿਆਂ ਨੂੰ ਕਾਨੂੰਨ ਦੇ ਦਾਇਰੇ 'ਚ ਰਹਿਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਹਰਿਆਣਾ ਦੌਰੇ ਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦੂਜੇ ਦਿਨ ਰੈਲੀ ਕਰਦਿਆਂ ਕਈ ਹੋਰ ਵੱਡੀਆਂ ਗੱਲਾਂ ਆਖੀਆਂ। ये धूप में खड़े रहना, ये इंतजार करना और बिना कहे तालियां बजाना, ये इस बात का सबूत होता है कि लोग जो हैं वो बदलाव के लिए तैयार हैं। मंच पर आसीन आम आदमी पार्टी के नेशनल कन्वीनर, दिल्ली के मुख्यमंत्री और राजनीतिक धुरंधरों को धरती दिखाने वाले, राजनीतिक अपने आप को कभी ना हारने वालों की लिस्ट में अपने आप को समझने वालों को धरती पर उतारने वाले और आपकी धरती के, इस धरती के जम्पल अरविंद केजरीवाल जी, वो आज आए हुए हैं। उनके लिए एक जोरदार तालियों से स्वागत होना चाहिए। राज्यसभा एमपी गुप्ता साहब, अशोक तंवर जी और हरियाणा की सारी, ढांडा साहब, हरियाणा की पूरी लीडरशिप, और सबसे ज़्यादा धन्यवाद जो मेरे सामने बैठे हैं आम आदमी पार्टी की रीढ़ की हड्डी जो कार्यकर्ता बैठे हैं। सबका स्वागत, नमस्कार, सत श्री अकाल। दोस्तों, ये कोई शक्ति प्रदर्शन नहीं है। हम तो वैसे ही आए थे, कल हिसार में थे, आदमपुर आए, प्यार दिया आपने, लेकिन आदमपुर का प्यार देखकर इस बात का अंदाजा सहजे ही लग सकता है कि आदमपुर वाले कुछ ना कुछ तो नया करने वाले हैं इस बार। भाई साहब, नेता आपके पास आते हैं, हमें वोट दो, आप वोट देते हो और विधानसभा में जाके कहते हैं हम इतने लाख लोगों के प्रतिनिधि हैं, हमें इस सवाल का जवाब दो, क्योंकि हमसे लोग सवाल पूछते हैं तो हम अपनी कंस्टिट्यूंसी में, अपनी विधानसभा में जाके क्या जवाब देंगे, वो विधानसभा में जाके कहते हैं। लेकिन मेरा सवाल ये है कि जब वो नेता पार्टी बदलते हैं तब आपसे पूछते हैं, क्या कुलदीप बिश्नोई ने आपसे पूछा कि मैं बीजेपी में चला जाऊं? नहीं पूछा ना। कोई हाथ खड़ा करके बता दो अगर पूछा हो।
क्या जेजेपी ने आपसे पूछा, जब आपको बताया कि हमें वोट दो, हम खट्टर के साथ मिलकर सरकार बनाएंगे? नहीं पूछा। क्यों? फिर उस समय पब्लिक कहां होती है? यही बात करने के लिए आपके पास आए हैं। जो मशीन का बटन है आदमपुर वालों, जो मशीन का बटन है, आपको 8 से 10 घंटे मिलते हैं उस बटन को दबाने के लिए। वो बटन ना तो हाथ के पंजे का है, वो बटन ना ही हाथी का है, वो बटन ना कमल के फूल का है, वो बटन ना किसी ऐनक का या चप्पल का है, वो बटन ना ही झाड़ू का है। वो बटन आपके बच्चों की अच्छी शिक्षा का बटन है। वो बटन आपके बुजुर्गों की अच्छी स्वास्थ्य का बटन है। वो बटन आपको मिलने वाली सस्ती बिजली का बटन है। वो बटन महिलाओं के लिए 1000 रुपए पर मंथ 18 साल से ऊपर उनको मुआवजा मान सम्मान का बटन है। वो बटन व्यापारियों को यहां हरियाणा में काम करने के लिए उत्साहित करने का बटन है। वो किसी पार्टी का बटन नहीं है। ठेका नहीं ले रखा इन्होंने कि हमें यही दबाना है। जब ये बदल जाते हैं तुम बदल जाओ, इसमें क्या है? तो आदमपुर वालों, अभी आपके पास एक मौका आया है इनको सबक सिखाने का। इन्होंने क्या समझ रखा है जनता को? पंजाबी में कहावत है, कदे मर जा चिड़िए कदे ज्यों जा चिड़िए। पब्लिक को ऐसे समझ रखा है, 5 साल इधर ले गए, 5 साल इधर ले गए, हम जब मर्जी इस्तीफा दे दें, हम दोबारा दूसरी पार्टी से आएंगे। लोगों का क्या है, वो तो वोट डालेंगे नहीं। आप इनको बता दो। आदमपुर वालों एक बात, क्योंकि हरियाणा और पंजाब छोटे बड़े भाई हैं, हमारा कल्चर हमारा सभ्याचार साझा है। आ रहा था मैं जब बाजार से, दातियां तैयार थी, रस्से तैयार थे, अभी फसल आने वाली है। दोस्तों इनको बता दो, ये बड़े बड़े जो बीजेपी कांग्रेस वाले दही जमाने के लिए, चाहे दही जितना मर्जी जमाना हो, दही एक रिड़कना भर के जमाना हो, पर दही जमाने के लिए जाग का सिर्फ 1 चम्मच चाहिए होता है। आदमपुर वालों, आप 1 चम्मच जाग का दे दो, आम आदमी पार्टी को जिताकर यहां से पूरे हरियाणा में ईमानदारी का दही जमाने की जिम्मेदारी हम लेते हैं। पंजाब में भी ऐसा हुआ था, पहले लोकसभा जीते 4, 19 में लोकसभा जीते संगरूर, आज आम आदमी पार्टी की सरकार है। क्यों सरकार है? हमारे पास पैसे तो है नहीं, हम उनका पैसों में मुकाबला नहीं कर सकते, हम गुंडागर्दी करते नहीं, सरकार सिर्फ सच्चाई और ईमानदारी के नाम पर है। और 5.5 महीने अभी सरकार को हुए हैं पंजाब में, पूछ लेना, आपकी रिश्तेदारियां होंगी, दोस्त मित्र होंगे। 1 विधायक 1 पेंशन। पहले क्या होता था, जितनी बार एमएलए बनता था उतनी पेंशन बढ़ती जाती थी। 1 विधायक 1 पेंशन, करप्शन खत्म, 100 मोहल्ला क्लिनिक तैयार, और लोग उसमें आ रहे हैं हजारों की गिनती में। दवाइयां बिल्कुल फ्री, 100 के लगभग ब्लड के टेस्ट फ्री, बिजली 1 जुलाई से मुफ्त, अभी जो बिल आ रहे हैं 0 बिल आ रहे हैं। हमने गारंटियां दी थी, अगर कोई देश का जवान, पंजाब का जवान सरहद पर ड्यूटी का फर्ज निभाते हुए शहीद होता है, 1 करोड़ रुपया। अभी आटा दाल स्कीम घर पे, बुढ़ापा पेंशन घर पे, बुजुर्गों को बैंक में जाने की जरूरत नहीं है, आपके डोर की खटखटाया जाएगा और आपको पेंशन मिल जाएगी। ये पहले क्यों नहीं हो सकता था? हो सकता था। एक टोल प्लाजा वाले आए 4 दिन पहले मेरे पास, संगरूर से लुधियाना तक की दूरी 2 टोल प्लाजा है भाई, 90 रुपये लेते थे। वो आए और उन्होंने कहा जी हमारे 20 महीने बढ़ा दो, 20 महीने हम और टोल चला सकें। हमारी आज रात को 12 बजे
टोल की म्याद खत्म हो रही है। मैंने कहा क्यों बढ़ा दें भाई? कहते जी कोरोना आ गया था। मैंने कहा सिर्फ लोगों पर ही कोरोना आया था? आपके लिए भी तो कोरोना नेशनल डिजास्टर है, एक कुदरती आफत है, तो बहुत से लोगों का बिजनेस डाउन हुआ कोरोना में, तो वो भी तो बैठे हैं, आप भी झेलो। कहते जी किसान आंदोलन की वजह से हमारा नुकसान हुआ। मैंने कहा जी सेंटर ने कानून बनाए थे, 1 साल बाद सेंटर ने कहा जी गलत कानून है, माफी मांगते हैं। अब उनकी गलती की हम खमियाजा क्यों भुगते हैं? मैं कोई 20 महीने नहीं बढ़ाऊंगा। आज रात को 12 बजे दोनों के दोनों टोल प्लाजे बंद करो। मैंने बंद करवा के रखे हैं वो टोल प्लाजे। कोई और होता, कोई कांग्रेसी या बीजेपी की सरकार होती, वो 20 महीने की जगह उनको 30 महीने कहता और कहता यार मेरा भी हिस्सा डाल लेना, मेरे भांजे का हिस्सा डाल लेना, मेरे भतीजे से बात कर लेना। ये बात चलती थी। ये भांजे भतीजे, इनके घरों से क्या क्या मिल रहा है। तो दोस्तों, मुझे किसी ने पूछा क्या यार दिल्ली में फिर पंजाब में आप लोगों ने इतनी बड़ी आंधी को कैसे रोक लिया? मैंने कहा कौन सी आंधी? कहते बीजेपी की आंधी। मैंने कहा कैसे? कहते कैसे? मैंने कहा मैं बताता हूं। मैंने कहा जी हमारा चुनाव चिन्ह क्या है? कहते झाड़ू। मैंने कहा बीजेपी का चुनाव चिन्ह क्या है? कहते जी कमल का फूल। मैंने कहा कमल का फूल कहां उगता है? कहते ही कीचड़ में। मैंने कीचड़ की सफाई कौन करता है? कहते ही झाड़ू। मैंने कहा हमने झाड़ू फेर दिया, कमल उगे ही नहीं। जिस झाड़ू से हम आज तक सिर्फ अपना मकान और दुकान साफ करते थे, अब अरविंद केजरीवाल जी की अगुवाई में उस झाड़ू से पूरा हिंदुस्तान साफ किया जाएगा। बड़ी बड़ी दुकानें बंद होंगी, भ्रष्टाचार की दुकानें बंद होगी, बहुत कुछ होगा। 107 नंबर दुकान भी बंद होगी। सही है ना? बंद हो जाएंगी ये। इन्होंने समझ क्या रखा अपने आप को यार? पब्लिक है, ये पब्लिक है, सब जानती है। लोकतंत्र में लोग बड़े होते हैं। लोग जब चाहें आदमी अर्श पर और कुलदीप बिश्नोई की तरह हंकार करे ऊपर जाकर, तो लोग कहते हैं आजा बेटा फर्श पर। तो इनके पास कुछ नहीं है, ये सिर्फ अपना बचाव करने के लिए इधर उधर जाते हैं, लोगों के वोट को इस्तेमाल करते हैं। तो अगर साथ देना है युवा पीढ़ी का, साथ देना है बुजुर्गों का, अगर पढ़ाई, शिक्षा, सेहत, बिजली, इन सब समस्याओं का हल करना है, तो एक बार झाड़ू वाला बटन दबाकर देखना। दिल्ली में एक बार दबाया था लोगों ने, उसके बाद दूसरे बटन को भूल गए लोग।